हाँ जी प्यारे साथियों, सत श्री अकाल सारिਆਂ ਨੂੰ ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ। ਤੇ ਅੱਜ ਦੀ ਕਲਾਸ ਜਿਹੜੀ ਆਪਣੀ ਹੈਗੀ ਮਾਡਰਨ ਹਿਸਟਰੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਜਾਂ ਐ ਕਹਿ ਲਓ ਵੀ ਜਿਹੜੀ ਆਪਣੀ ਫਿਲਮੀ ਸਟੋਰੀ ਹੀ ਨੰਬਰ 2 ਵਾਲੀ ਉਹ ਖਤਮ ਹੋਣ ਵਾਲੀ, ਅੱਜ ਉਹਦਾ ਆਪਾਂ ਐਂਡ ਕਰਾਂਗੇ। ਪਰ ਕੁਛ ਪੁਆਇੰਟ ਰਿਮੈਂਬਰਿੰਗ ਪੁਆਇੰਟ ਜਾਂ ਕਹਿ ਲਓ ਵੀ ਉਹ ਆਪਾਂ ਐਕਸਟਰਾ ਲਿਖਣੇ ਆ ਜਿਹੜੇ ਕਿ ਸਾਡੇ ਪੇਪਰ ਦੇ ਵਿੱਚ ਜ਼ਰੂਰੀ ਹੋ ਜਾਂਦੇ ਆ, ਜਾਂ ਐ ਕਹਿ ਲਓ ਵੀ ਜੋ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਕੀਤਾ ਇਸ ਵੀਡੀਓ ਦੇ ਵਿੱਚ ਉਹ ਸਾਰੀ ਚੀਜ਼ ਦਾ ਕੀ ਹੋਊਗਾ, ਨਿਚੋੜ ਹੋਊਗਾ। ਤੇ ਸਾਰੇ ਪੁਆਇੰਟ ਤੁਸੀਂ ਨੇ ਨੋਟ ਕਰਕੇ ਰੱਖ ਲੈਣੇ ਆ। ਇਸ ਤੋਂ ਪਹਿਲੀ ਸਟੋਰੀ ਦੇ ਵਿੱਚ ਆਪਾਂ ਕੀ ਕੀਤਾ ਸੀਗਾ, ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਲਾਰਡ ਵੈਲਜ਼ਲੀ ਆ ਹਨਾ, ਉਹ ਆ ਜਾਂਦਾ ਵਾ ਵਾਰਨ ਹੈਸਟਿੰਗ ਤੋਂ ਬਾਅਦ ਹਨਾ। ਤੇ ਲਾਰਡ ਵੈਲਜ਼ਲੀ ਜਿਹੜਾ ਵਾ ਹੈਦਰ ਅਲੀ ਹਨਾ, ਮਸੂਰ ਦੇ ਨਾਲ ਯੁੱਧ ਹੁੰਦੇ ਆ, ਤੁਹਾਨੂੰ ਲਿਖਾਏ ਵੀ ਸੀ ਮੈਂ ਹਨਾ। ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਹੈਦਰ ਅਲੀ ਇੱਕ ਸੰਧੀ ਕਰਦਾ ਵਾ ਉਹਨਾਂ ਦੇ ਨਾਲ, ਕਹਿੰਦਾ ਕਿ ਜੇ ਇੱਕ ਮਰਾਠੇ ਮੇਰੇ ਤੇ ਹਮਲਾ ਕਰਦੇ ਆ ਤੇ ਤੁਸੀਂ ਮੇਰੀ ਸਹਾਇਤਾ ਕਰੋਗੇ। ਪਰ ਜਦੋਂ ਉਹ ਮਰਾਠੇ ਜਿਹੜੇ ਆ ਹਮਲਾ ਕਰ ਦਿੰਦੇ ਆ ਹੈਦਰ ਅਲੀ ਤੇ ਅੰਗਰੇਜ਼ ਬਦਲੇ ਵਿੱਚ ਉਹਦੀ ਕੋਈ ਵੀ ਸਹਾਇਤਾ ਨਹੀਂ ਕਰਦੇ, ਜਿਸ ਕਰਕੇ ਹੈਦਰ ਅਲੀ ਤੇ ਅੰਗਰੇਜ਼ਾਂ ਦੇ ਵਿਚਕਾਰ ਜੰਗ ਜਿਹੜੀ ਸ਼ੁਰੂ ਹੋ ਜਾਂਦੀ ਆ। ਕਾਫੀ ਲੰਮੀ ਜੰਗ ਚੱਲਦੀ ਆ, ਹੈਦਰ ਅਲੀ ਦੀ ਮੌਤ ਹੋ ਜਾਂਦੀ ਆ। ਹੈਦਰ ਅਲੀ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਟੀਪੂ ਸੁਲਤਾਨ ਰਾਜਗੱਦੀ ਤੇ ਬਹਿੰਦਾ ਵਾ। ਉਹ ਕਾਫੀ ਵਧੀਆ ਸ਼ਾਸਕ ਸੀਗਾ, ਅਣਖੀ ਸੀਗਾ, ਕਾਫੀ ਮਤਲਬ ਉਹਦੇ ਰਾਜ ਦੇ ਵਿੱਚ ਉਹਦੇ ਸ਼ਾਸਨਕਾਲ ਦੇ ਦੌਰਾਨ ਮੈਸੂਰ ਰਾਜ ਦਾ ਕਾਫੀ ਵਿਕਾਸ ਹੋਇਆ ਹਨਾ। ਤੇ ਜਿਹੜੀ ਆਖਰੀ ਲੜਾਈ ਹੁੰਦੀ ਹੈ ਸ੍ਰੀ ਰੰਗਪਟਨਮ ਦੇ ਵਿੱਚ, ਉੱਥੇ ਜਾ ਕੇ ਟੀਪੂ ਸੁਲਤਾਨ ਜਿਹੜਾ ਵਾ ਉਹ ਮਾਰਿਆ ਜਾਂਦਾ। ਇੱਥੇ ਸਾਡਾ ਮੈਸੂਰ ਯੁੱਧ ਹੋਇਆ ਸੀ ਫਿਨਿਸ਼। ਉਸ ਤੋਂ ਬਾਅਦ ਆਪਣਾ ਰਹਿੰਦਾ ਸੀਗਾ ਮਰਾਠਾ ਯੁੱਧ, ਜਿਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਮਰਾਠਾ ਯੁੱਧ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਤੇ ਉਹ ਕਲਾਸ ਆਪਾਂ ਲੈ ਕੇ ਆ ਗਏ ਆ। ਤੇ ਆਪਣਾ ਹੈਗਾ ਵਾ ਅੰਗਰੇਜ਼ ਮਰਾਠਾ ਯੁੱਧ। ਧਿਆਨ ਦੇ ਨਾਲ ਪੁਆਇੰਟ ਨੂੰ ਸਮਝਣਾ। ਵੇਖੋ, ਪੇਸ਼ਵਾ ਬਾਜੀ ਰਾਓ ਮਰਾਠਿਆਂ ਦਾ ਸਰਦਾਰ ਸੀ। ਪੇਸ਼ਵਾ ਬਾਜੀ ਰਾਓ ਕੌਣ ਸੀ? ਮਰਾਠਿਆਂ ਦਾ ਸਰਦਾਰ ਸੀ। 1761 ਦੀ ਪਾਣੀਪਤ ਦੀ ਤੀਜੀ ਲੜਾਈ ਤੋਂ ਬਾਅਦ ਮਰਾਠਿਆਂ ਦਾ ਦਿੱਲੀ ਤੇ ਸ਼ਾਸਨ ਕਰਨ ਦਾ ਸੁਪਨਾ ਚੂਰ-ਚੂਰ ਹੋ ਗਿਆ। ਜਿਹੜੀ ਪਾਣੀਪਤ ਦੀ ਤੀਜੀ ਲੜਾਈ ਹੁੰਦੀ ਆ ਮਰਾਠਿਆਂ ਦੇ ਵਿਚਕਾਰ ਤੇ ਅਫਗਾਨੀਆਂ ਦੇ ਵਿਚਕਾਰ ਹੁੰਦੀ ਆ। ਇਹ ਲੜਾਈ ਦੇ ਕਾਰਨ ਇਹ ਸੀ, ਇਹ ਲੜਾਈ ਦੇ ਵਿੱਚੋਂ ਹੀ ਜਿੱਤਣਾ ਚਾਹੁੰਦੇ ਸੀ ਮਰਾਠੇ ਕਿ ਸਾਡਾ ਹੁਣ ਦਿੱਲੀ ਤੇ ਕਬਜ਼ਾ ਹੋ ਜੇ। ਪਰ ਜਦੋਂ ਇਹ ਹਾਰ ਗਏ ਤਾਂ ਇਹਨਾਂ ਦਾ ਇਹ ਸੁਪਨਾ ਜਿਹੜਾ ਸੀਗਾ ਚੂਰ-ਚੂਰ ਹੋ ਗਿਆ। ਇਸ ਤੋਂ ਬਾਅਦ ਕੀ ਹੋਇਆ, ਜਦੋਂ ਹਾਰ ਗਏ ਤੇ ਮਰਾਠੇ ਕਈ ਰਾਜਾਂ ਦੇ ਵਿੱਚ ਵੰਡੇ ਗਏ। ਰਾਜਵੰਸ਼ਾਂ ਦੀ ਵਾਗਡੋਰ ਸਿੰਧੀਆ, ਹੋਲਕਰ, ਗਾਇਕਵਾੜ ਤੇ ਸਰਦਾਰ ਭੌਂਸਲੇ ਦੇ ਹੱਥ ਚਲੀ ਗਈ। ਹੋਇਆ ਕੀ ਵੀ ਪਹਿਲਾਂ ਤੇ ਇਹਨਾਂ ਨੇ ਸੋਚਿਆ ਵੀ ਦਿੱਲੀ ਸਾਡੇ ਕਬਜ਼ੇ ਦੇ ਵਿੱਚ ਆ ਜੇ ਹਨਾ, ਵੀ ਔਰੰਗਜ਼ੇਬ ਤੋਂ ਬਾਅਦ ਕਿੱਥੋਂ ਤੱਕ ਪਹੁੰਚ ਗਏ ਆ। ਬਸ ਦਿੱਲੀ ਨੂੰ ਲੈ ਕੇ ਲੜਾਈ ਇਹਨਾਂ ਦੀ ਏਦਾਂ ਜਾਰੀ ਰਹਿਣੀ, ਠੀਕ ਆ। ਤੇ ਜਦੋਂ ਇਹਨਾਂ ਦਾ ਸੁਪਨਾ ਚੂਰੋ-ਚੂਰ ਹੋ ਗਿਆ ਮਰਾਠਿਆਂ ਦਾ, ਤੇ ਜਦੋਂ ਹਾਰ ਗਏ ਤੇ ਮਰਾਠੇ ਹੀ ਜਿਹੜੇ ਸੀ ਉਹ ਆਪਸ ਚ ਕਈ ਰਾਜਾਂ ਵਿੱਚ ਵੰਡੇ ਗਏ। ਕਿਹੜੇ? ਸਿੰਧੀਆ, ਹੋਲਕਰ, ਗਾਇਕਵਾੜ ਤੇ ਸਰਦਾਰ ਭੌਂਸਲੇ ਦੇ ਹੱਥ ਵਿੱਚ ਚਲੀ ਗਈ ਸਾਰੀ ਵਾਗਡੋਰ। ਕਿਹਦੀ ਵਾਗਡੋਰ? ਮਰਾਠਿਆਂ ਦੀ ਸਾਰੀ ਵਾਗਡੋਰ। ਬਹੁਤ ਜ਼ਿਆਦਾ ਇੰਪੋਰਟੈਂਟ ਆ ਸਿੰਧੀਆ ਵੀ, ਹੋਲਕਰ ਵੀ ਤੇ ਗਾਇਕਵਾੜ ਵੀ। ਇਹ ਤਿੰਨੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਤੇ ਸਰਦਾਰ ਭੌਂਸਲੇ ਵੀ ਜ਼ਰੂਰ ਯਾਦ ਰੱਖਿਓ। ਇਹ ਕੀ ਸੀ? ਮਰਾਠਿਆਂ ਦੇ ਰਾਜਵੰਸ਼ ਸੀਗੇ। ਜੇਕਰ ਪੁੱਛਿਆ ਜਾਵੇ ਹੋਲਕਰ, ਸਿੰਧੀਆ, ਗਾਇਕਵਾੜ ਇਹ ਕੀ ਨੇ? ਇਹ ਸੀਗੇ ਮਰਾਠਿਆਂ ਦੇ ਰਾਜਵੰਸ਼। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਅੱਛਾ, ਪੇਸ਼ਵਾ ਸ਼ਬਦ ਕੀ ਹੁੰਦਾ ਵਾ? ਆਹ ਦੇਖੋ, ਪੇਸ਼ਵਾ ਇੱਕ ਇਹਨਾਂ ਦਾ ਸਰਵਉੱਚ ਮੁੱਖ ਪ੍ਰਸ਼ਾਸਨਿਕ ਮੰਤਰੀ ਹੁੰਦਾ ਹੈ ਜੋ ਪੂਨੇ ਰਹਿੰਦਾ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਡਾਟਾ। ਪੇਸ਼ਵਾ ਆਪਾਂ ਕਹਿ ਦਿੰਦੇ ਹਾਂ ਇਹਨਾਂ ਦਾ ਪੇਸ਼ਵਾ। ਇੱਕ ਝਾਂਸੀ ਰਾਣੀ ਦਾ ਸੀਰੀਅਲ ਆਉਂਦਾ ਹੁੰਦਾ ਸੀ ਹਨਾ, ਮਣੀਕਰਨਿਕਾ ਉਹ ਕੁੜੀ ਹਨਾ, ਬਹੁਤ ਵਧੀਆ ਸੀਰੀਅਲ ਹੁੰਦਾ ਸੀ ਉਹ, ਮੈਂ ਵੀ ਦੇਖਦੀ ਹੁੰਦੀ ਸੀ ਹਨਾ, ਝਾਂਸੀ ਰਾਣੀ ਵਾਲਾ ਸੀਰੀਅਲ, ਸ਼ਾਇਦ ਤੁਹਾਨੂੰ ਪਤਾ ਹੋਵੇ, ਬਹੁਤ ਵਧੀਆ ਸੀ ਹਨਾ। ਉਹਦੇ ਵਿੱਚ ਸਟੋਰੀ ਬੜੀ ਘੈਂਟ ਜਿਹੇ ਤਰੀਕੇ ਨਾਲ ਦੱਸ ਦਿੰਦੇ। ਉਹਦੇ ਵਿੱਚ ਪੇਸ਼ਵਾ ਬਾਜੀ ਰਾਓ ਤੁਸੀਂ ਨਾਮ ਸੁਣਿਆ ਹੋਊਗਾ ਹਨਾ। ਤੇ ਉਹ ਜਿਹੜਾ ਪੇਸ਼ਵਾ ਦਾ ਮਤਲਬ ਉਹ ਹੁੰਦਾ ਵਾ ਸਾਰੇ ਕਿਸੇ ਮੰਤਰੀਆਂ ਦਾ, ਕਿਸੇ ਰਾਜਵੰਸ਼ ਦਾ ਇੱਕ ਪ੍ਰਮੁੱਖ ਪ੍ਰਸ਼ਾਸਨਿਕ ਅਧਿਕਾਰੀ, ਜਾਂ ਸਾਰੇ ਮਤਲਬ ਜਿਹਦਾ ਅਹੁਦਾ ਬਾਕੀ ਮੰਤਰੀਆਂ ਦੇ ਨਾਲੋਂ ਉੱਚਾ ਹੋ। ਬਾਕੀ ਜਿੰਨਾ ਵੀ ਪ੍ਰਸ਼ਾਸਨਿਕ ਪ੍ਰਬੰਧ ਆ ਸਾਰਾ ਉਹਦੀ ਦੇਖ ਰੇਖ ਦੇ ਵਿੱਚ ਚੱਲਦਾ, ਉਹਨੂੰ ਕਹਿ ਦਿੰਦੇ ਆ ਪੇਸ਼ਵਾ, ਠੀਕ ਆ। ਮਹਾਦਰਜੀ ਤੇ ਨਾਨਾ ਫਡਨੀਸ ਆਖਰੀ ਦੋ ਪ੍ਰਸਿੱਧ ਮਰਾਠੇ ਸਨ। ਹੁਣ ਇੱਕ ਤਾਂ ਤੁਹਾਨੂੰ ਪੇਸ਼ਵਾ ਦਾ ਪਤਾ ਹੋਣਾ, ਜਿਹਦਾ ਪੇਸ਼ਵਾ ਕੌਣ ਹੁੰਦਾ ਸੀ? ਤੁਹਾਡਾ ਆਨਸਰ ਆਊਗਾ ਸਰਵ ਉੱਚ ਅਧਿਕਾਰੀ, ਜਾਂ ਤੁਹਾਡਾ ਆਊਗਾ ਮੁੱਖ ਪ੍ਰਸ਼ਾਸਨਿਕ ਅਧਿਕਾਰੀ। ਦੋਨਾਂ ਚੋਂ ਆਨਸਰ ਜਿਹੜਾ ਵੀ ਆਪਸ਼ਨ 'ਚ ਪਿਆ ਹੋਇਆ ਲਾ ਦੇਣਾ ਜੇਕਰ ਕੁਐਸਚਨ ਪੁੱਛਿਆ ਜਾਂਦਾ। ਤੇ ਜੇਕਰ ਪੁੱਛਿਆ ਜਾਵੇ ਪੇਸ਼ਵਾ ਕਿੱਥੇ ਰਹਿੰਦਾ ਸੀ, ਤਾਂ ਆਨਸਰ ਆਊਗਾ ਪੂਨੇ ਦੇ ਵਿੱਚ ਪੇਸ਼ਵਾ ਜਿਹੜਾ ਸੀ ਇਹ ਰਹਿੰਦਾ ਸੀ। ਜੇਕਰ ਪੁੱਛਿਆ ਜਾਵੇ ਕਿ ਮਰਾਠਿਆਂ ਦੇ ਆਖਰੀ ਦੋ ਸਰਦਾਰ ਕਿਹੜੇ ਨੇ, ਜਾਂ ਆਖਰੀ ਦੋ ਪ੍ਰਸਿੱਧ ਮਰਾਠੇ ਕਿਹੜੇ ਨੇ, ਮਹਾਦਰਜੀ ਤੇ ਨਾਨਾ ਫਡਨੀਸ। ਇਹ ਦੋਵੇਂ ਜਿਹੜੇ ਕੀ ਸੀਗੇ,
ਮਰਾਠਿਆਂ ਦੇ 2 ਸਰਦਾਰ ਸੀ। ਠੀਕ ਆ। ਹੁਣ ਇਸ ਤੋਂ ਬਾਅਦ ਗੱਲ ਕੀ ਆ ਗਈ ਵੀ ਹੁਣ ਮੈਂ ਤੁਹਾਨੂੰ ਮਰਾਠਿਆਂ ਬਾਰੇ ਦੱਸਤਾ। ਹੁਣ ਇਹਨਾਂ ਦੀ ਹੋਣੀ ਆ ਅੰਗਰੇਜ਼ਾਂ ਦੇ ਨਾਲ ਲੜਾਈ, ਤੇ ਆਪਾਂ ਮਰਾਠਾ ਯੁੱਧ ਤੇ ਅੰਗਰੇਜ਼ ਯੁੱਧ ਜਿਹੜੇ ਇਹਨਾਂ ਦੀ ਕਿੰਨੀਆਂ ਲੜਾਈਆਂ ਹੁੰਦੀਆਂ, ਕਿਹੜੇ ਕਿਹੜੇ ਟਾਈਮ ਪੀਰੀਅਡ ਦੇ ਵਿੱਚ ਹੁੰਦੀਆਂ, ਉਹਨਾਂ ਨੂੰ ਆਪਾਂ ਇੱਕ ਵਾਰੀ ਨੋਟ ਕਰਦੇ ਹਾਂ। ਅੰਗਰੇਜ਼ਾਂ ਤੇ ਮਰਾਠਿਆਂ ਦੇ ਵਿੱਚ 3 ਯੁੱਧ ਹੁੰਦੇ ਆ। ਤਿੰਨੇ ਹੀ ਯੁੱਧ ਜਿਹੜੇ ਆ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਇਸ ਤੋਂ ਬਾਅਦ ਹੀ ਇਹਨਾਂ ਨੇ ਪੂਰੇ ਭਾਰਤ ਦੇ ਵਿੱਚ ਛਾ ਜਾਣਾ। ਠੀਕ ਆ। ਹੁਣ ਵੇਖੋ ਜਿਹੜਾ ਸਾਡਾ ਪਹਿਲਾ ਮਰਾਠਾ ਯੁੱਧ ਹੁੰਦਾ ਅੰਗਰੇਜ਼ਾਂ ਦਾ ਤੇ ਮਰਾਠਿਆਂ ਦਾ, ਇਹ ਹੁੰਦਾ ਵਾ 1782 ਈਸਵੀ ਦੇ ਟਾਈਮ ਪੀਰੀਅਡ ਦੇ ਵਿੱਚ। ਹੁਣ ਇੱਥੇ ਹੁੰਦੀ ਆ ਸਾਲਾਬਾਈ ਦੀ ਸੰਧੀ। ਇਹ ਸਾਲਾਬਾਈ ਦੀ ਸੰਧੀ ਕੀ ਆ, ਇਹਦਾ ਕੋਈ ਜ਼ਿਕਰ ਨਹੀਂ ਮਿਲਦਾ, ਨਾ ਤਾਂ NCERT ਦੇ ਵਿੱਚ ਕੋਈ ਜ਼ਿਕਰ ਮਿਲਦਾ, ਨਾ ਹੀ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ ਜ਼ਿਕਰ ਮਿਲਦਾ। ਇਹ ਪੁਆਇੰਟ ਵੈਸੇ ਯਾਦ ਰੱਖਣ ਵਾਲਾ ਵੀ ਨਹੀਂ ਆ, ਪਰ ਸਾਲਾਬਾਈ ਦੀ ਸੰਧੀ ਮਰਾਠਿਆਂ ਦਾ ਪਹਿਲਾ ਯੁੱਧ, ਇਸ ਤਰੀਕੇ ਨਾਲ ਥੋੜਾ ਜਿਹਾ ਯਾਦ ਨੂੰ ਰੱਖ ਲਿਓ। ਉਸ ਤੋਂ ਬਾਅਦ ਇਹਦਾ ਜੇਕਰ ਮਰਾਠਿਆਂ ਦਾ ਯੁੱਧ ਕੋਈ ਇੰਪੋਰਟੈਂਟ ਆ, ਪਹਿਲਾ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਦੂਜਾ ਤੇ ਤੀਜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਦੂਜਾ ਤੇ ਤੀਜਾ ਤੁਸੀਂ ਜ਼ਰੂਰ ਯਾਦ ਰੱਖਣਾ। ਦੂਜਾ ਯੁੱਧ ਜਿਹੜਾ ਹੁੰਦਾ ਵਾ ਅੰਗਰੇਜ਼ਾਂ ਤੇ ਮਰਾਠਿਆਂ ਦੇ ਵਿਚਕਾਰ, ਇਹ ਹੁੰਦਾ ਵਾ 1803 ਤੋਂ ਲੈ ਕੇ 1805 ਤੱਕ ਦਾ ਟਾਈਮ ਪੀਰੀਅਡ। ਇੱਥੇ ਹੁੰਦਾ ਵਾ ਦੂਜਾ ਯੁੱਧ। ਇਸ ਯੁੱਧ ਦੇ ਨਾਲ ਕੀ ਹੋਇਆ, ਉੜੀਸਾ, ਆਗਰਾ ਤੇ ਦਿੱਲੀ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ। ਠੀਕ ਆ। ਉੜੀਸਾ, ਆਗਰਾ ਤੇ ਦਿੱਲੀ ਤੇ ਕਿੰਨਾ ਦਾ ਕਬਜ਼ਾ ਹੋ ਗਿਆ, ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਜਿਹੜਾ ਤੀਸਰਾ ਯੁੱਧ ਹੁੰਦਾ ਵਾ, ਤੀਸਰੇ ਯੁੱਧ ਦੇ ਵਿੱਚ ਜਾ ਕੇ ਮਰਾਠਿਆਂ ਦੀ ਕਹਾਣੀ ਖਤਮ, ਭੱਠੀ ਗੁੱਲ। ਠੀਕ ਆ। ਮਰਾਠੇ ਹੋ ਜਾਂਦੇ ਆ ਖਤਮ ਤੇ ਅੰਗਰੇਜ਼ ਕਰ ਦਿੰਦੇ ਆ ਇਹਨਾਂ ਦਾ ਖਾਤਮਾ। ਅੰਗਰੇਜ਼ ਹੁਣ ਸਕੀਮੀ ਬੰਦੇ ਸੀ, ਮਰਾਠੇ ਵਿਚਾਰੇ ਸਿੱਧੇ ਸਾਦੇ ਜਿਹੇ ਭੋਲੇ ਭਾਲੇ ਬੰਦੇ ਹੀ। ਠੀਕ ਆ। ਬਸ ਕਰਤਾ ਖਤਮ ਇਹਨਾਂ ਨੂੰ। ਤੀਸਰਾ ਯੁੱਧ ਹੁੰਦਾ ਵਾ 1817 ਤੋਂ 19 ਈਸਵੀ ਦੇ ਵਿੱਚ। 2 ਤਰੀਕੇ ਨਾਲ ਯਾਦ ਰੱਖਣਾ। ਜੇਕਰ ਪੁੱਛਿਆ ਜਾਵੇ ਮਰਾਠਿਆਂ ਦਾ ਤੀਜਾ ਯੁੱਧ ਕਦੋਂ ਹੋਇਆ, 1817 ਤੇ 19 ਟਾਈਮ ਪੀਰੀਅਡ ਦੇ ਵਿੱਚ। ਤੇ ਜੇਕਰ ਪੁੱਛਿਆ ਜਾਵੇ ਕਿ ਮਰਾਠਾ ਸਾਮਰਾਜ ਦਾ ਪਤਨ ਕਦੋਂ ਹੋਇਆ, ਇਹ ਯਾਦ ਰੱਖਣਾ ਤੀਜੀ ਯੁੱਧ ਦੇ ਵਿੱਚ ਹੋਇਆ ਸੀਗਾ। 17 ਤੋਂ 19 ਤੱਕ ਦਾ ਜਿਹੜਾ ਟਾਈਮ ਪੀਰੀਅਡ ਸੀ, ਉਦੋਂ ਮਰਾਠਿਆਂ ਦਾ ਸਾਮਰਾਜ ਜਿਹੜਾ ਸੀਗਾ ਉਹ ਖਤਮ ਹੋ ਗਿਆ। ਤੇ ਸਭ ਤੋਂ ਘੈਂਟ ਚੀਜ਼ ਇਹਦੇ ਵਿੱਚ ਇਹ ਆ, ਜਿਹੜੀ ਇੰਪੋਰਟੈਂਟ ਆ, ਉਹ ਇਹ ਯਾਦ ਰੱਖਣੀ ਆ, ਆਹ ਵਾਲਾ ਜਿਹੜਾ ਟਾਈਮ ਪੀਰੀਅਡ ਆ ਨਾ 1805 ਜਿਹੜਾ 5 ਵਾਲਾ ਟਾਈਮ ਪੀਰੀਅਡ ਆ, ਇਹਦੇ ਵਿੱਚ ਜਿਹੜਾ ਲਾਰਡ ਵੈਲਜ਼ਲੀ ਸੀ, ਲਾਰਡ ਵੈਲਜ਼ਲੀ ਉਹੀ ਜਿਹੜਾ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਕਰਾਇਆ ਸੀ, ਜਿੰਨੇ ਸਹਾਇਕ ਸੰਧੀ ਸ਼ੁਰੂ ਕੀਤੀ ਸੀ। ਲਾਰਡ ਵੈਲਜ਼ਲੀ ਇਹ ਕਿੱਥੇ ਚਲਾ ਗਿਆ, ਵਾਪਸ ਚਲਾ ਗਿਆ ਕਿੱਥੇ, ਇੰਗਲੈਂਡ ਦੇ ਵਿੱਚ। ਇਹਦੀ ਜਗ੍ਹਾ ਤੇ ਫਿਰ ਕੌਣ ਆ ਗਿਆ, ਲਾਰਡ ਕਾਰਨਵਾਲਿਸ। ਲਾਰਡ ਕਾਰਨਵਾਲਿਸ। ਗੱਲ ਕਲੀਅਰ। 1805 ਯਾਨੀ ਕਿ ਜਿਹੜਾ ਦੂਜਾ ਮਰਾਠਾ ਯੁੱਧ ਸੀ, ਦੂਜੇ ਮਰਾਠਾ ਯੁੱਧ ਦੇ ਟਾਈਮ ਪੀਰੀਅਡ ਦੇ ਵਿੱਚ ਲਾਰਡ ਵੈਲਜ਼ਲੀ ਵਾਪਸ ਇੰਗਲੈਂਡ ਚਲਾ ਜਾਂਦਾ ਵਾ। ਇਹਦੀ ਜਗ੍ਹਾ ਤੇ ਕੌਣ ਆ ਜਾਂਦਾ ਵਾ, ਲਾਰਡ ਕਾਰਨਵਾਲਿਸ ਆ ਜਾਂਦਾ। ਇਹ ਜਿੰਨੇ ਵੀ ਗਵਰਨਰ ਜਨਰਲ ਆ ਨਾ, ਕੋਈ ਲਿਸਟ ਬਣਾ ਕੇ ਯਾਦ ਰੱਖਣ ਦੀ ਲੋੜ ਨਹੀਂ, ਬਸ ਐਂ ਹੀ ਜਿਹੜੇ ਆ ਤੁਹਾਨੂੰ ਯਾਦ ਹੁੰਦੇ ਜਾਣੇ ਆ। ਹੁਣ ਵੇਖੋ ਮੈਂ ਇੱਥੇ ਤੁਹਾਨੂੰ ਦੱਸਦੀ ਆ। ਸਭ ਤੋਂ ਪਹਿਲਾਂ ਆਪਾਂ ਕਿਹਦੀ ਗੱਲ ਕੀਤੀ, ਰਾਬਰਟ ਕਲਾਈਵ ਦੀ। ਰਾਬਰਟ ਕਲਾਈਵ ਦੀ, ਹਨਾ। ਰਾਬਰਟ ਕਲਾਈਵ ਤੋਂ ਬਾਅਦ ਆਪਾਂ ਗੱਲ ਕੀਤੀ ਸੀਗੀ ਵਾਰਨ ਹੈਸਟਿੰਗ ਦੀ। ਕਿਹਦੀ, ਵਾਰਨ ਹੈਸਟਿੰਗ ਦੀ। ਵਾਰਨ ਹੈਸਟਿੰਗ ਤੋਂ ਬਾਅਦ ਆਪਾਂ ਗੱਲ ਕੀਤੀ ਤੀਜੇ ਨੰਬਰ ਤੇ ਆਪਣਾ ਥੋੜੀ ਆ, ਹਨਾ, ਇਹਨਾਂ ਨੇ ਸਿਆਪੇ ਪਾ ਛੱਡੇ ਆਪਾਂ ਨੂੰ, ਹਨਾ, ਲਾਰਡ ਵੈਲਜ਼ਲੀ, ਹਨਾ। ਲਾਰਡ ਵੈਲਜ਼ਲੀ ਚਲਾ ਗਿਆ ਤੇ ਚੌਥੇ ਨੰਬਰ ਤੇ ਫਿਰ ਕੌਣ ਆ ਗਿਆ, ਲਾਰਡ ਕਾਰਨਵਾਲਿਸ ਆ ਗਿਆ। ਨਾਲੇ ਤਾਂ ਸਟੋਰੀਆਂ ਤੇ ਨਾਲੇ ਸੀਕੁਐਂਸ ਤੇ ਨਾਲੇ ਐ ਹੀ ਆਪਾਂ ਗਵਰਨਰ ਜਨਰਲ ਯਾਦ ਕਰ ਲੈਣੇ, ਕੋਈ ਵੱਖਰੇ ਤਰੀਕੇ ਦੇ ਨਾਲ ਯਾਦ ਰੱਖਣ ਦੀ ਲੋੜ ਨਹੀਂ। ਠੀਕ ਆ। ਸਮਝ ਆ ਗਈ ਇਸ ਚੀਜ਼ ਦੀ। ਹੁਣ ਕੀ ਹੋਣਾ ਵਾ, ਇੱਕ ਨਾ ਵੈਸੇ ਗੋਰਖਾ ਯੁੱਧ ਵੀ ਹੁੰਦਾ ਵਾ, ਵੈਸੇ ਉਹ ਜ਼ਿਆਦਾ ਇੰਪੋਰਟੈਂਟ ਨਹੀਂ ਆ। ਗੋਰਖੇ ਪਤਾ ਕੌਣ ਹੁੰਦੇ ਸੀ, ਇਹ ਨੇਪਾਲ ਦੇ ਸੀਗੇ। 1816 ਤੱਕ ਦਾ ਟਾਈਮ ਪੀਰੀਅਡ ਆ। ਗੋਰਖਿਆਂ ਦੇ ਨਾਲ ਵੀ ਅੰਗਰੇਜ਼ਾਂ ਦਾ ਯੁੱਧ ਹੁੰਦਾ। ਬਸ ਜੇਕਰ ਗੋਰਖੇ ਪੁੱਛੇ ਜਾਣ ਤੇ ਇਹ ਨੇਪਾਲੀ ਸੀ। ਇਹ ਵੈਸੇ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਬਸ ਤੁਸੀਂ ਥੋੜਾ ਯਾਦ ਰੱਖਿਓ ਵੀ ਹਾਂ ਗੋਰਖਾ ਯੁੱਧ ਵੀ ਹੋਇਆ ਸੀ। ਗੋਰਖਾ ਯੁੱਧ ਮਤਲਬ ਨੇਪਾਲੀ ਲੋਕਾਂ ਦੇ ਨਾਲ ਜਿਹੜਾ ਯੁੱਧ ਹੋਇਆ ਸੀ ਅੰਗਰੇਜ਼ਾਂ ਦਾ। ਗੋਰਖੇ ਕੌਣ ਸੀ, ਇਹ ਨੇਪਾਲ ਦੇ ਸੀਗਾ। 1814 ਤੋਂ 16 ਤੱਕ ਦਾ ਟਾਈਮ ਪੀਰੀਅਡ ਆ। ਠੀਕ ਆ।
ਇਹਨੂੰ ਮਾੜਾ ਜਿਹਾ ਤੁਸੀਂ ਨੋਟ ਕਰਕੇ ਰੱਖ ਲਿਓ। 1814 ਤੋਂ 16 ਤੱਕ ਦਾ ਟਾਈਮ ਪੀਰੀਅਡ ਆ। ਗੱਲ ਕਲੀਅਰ, ਹੁਣ ਧਿਆਨ ਦੇ ਨਾਲ ਸੁਣੋ। ਦੇਖੋ ਇਹਨਾਂ ਨੇ ਮੈਸੂਰ ਨੂੰ ਵੀ ਜਿੱਤ ਲਿਆ, ਹੈਦਰ ਅਲੀ ਨੂੰ ਮਾਰਿਆ, ਫਿਰ ਟਿੱਪੂ ਸੁਲਤਾਨ ਨੂੰ ਮਾਰਿਆ। ਉਸ ਤੋਂ ਬਾਅਦ ਇਹਨਾਂ ਨੇ ਮਰਾਠਿਆਂ ਨੂੰ ਵੀ ਜਿਹੜਾ ਕਹਿ ਲਓ ਵੀ ਖਤਮ ਕਰਤਾ। ਹੁਣ ਕੀ ਹੋਣਾ ਵਾ, ਹੁਣ ਇਹਨਾਂ ਨੇ ਕੀ ਕਰਨਾ ਕਿ ਜਿਹੜੇ ਛੋਟੇ ਮੋਟੇ ਰਾਜੇ ਆ, ਕੋਈ ਕਿਸੇ ਵੀ ਰਾਜਵੰਸ਼ ਦੇ ਕਿਤੇ ਵੀ ਰਾਜੇ ਆ, ਉਹਨਾਂ ਦੇ ਕੋਈ ਭੈੜੇ ਸ਼ਾਸਨ ਦਾ ਦੋਸ਼ ਲਾਉਣਗੇ, ਕਿਤੇ ਇਹ ਲੈਪਸ ਦੀ ਨੀਤੀ ਲਾਉਣਗੇ, ਬੜਾ ਕੁਝ ਕਰਨਗੇ, ਯੁੱਧਾਂ ਰਾਹੀਂ ਆਪਣੇ ਸਾਮਰਾਜ ਦਾ ਵਿਸਤਾਰ ਕਰਨਗੇ। ਇੰਨਾ ਕੁਝ ਇਹਨਾਂ ਨੇ ਕਰਨਾ ਵਾ ਵੀ ਉਹ ਗੱਲਾਂ ਜਿਹੜੀਆਂ ਐਂਡ ਤੇ ਸਾਡੀਆਂ ਰਹਿ ਗਈਆਂ, ਜਿਨ੍ਹਾਂ ਦੇ ਨਾਲ ਅੰਗਰੇਜ਼ਾਂ ਨੇ ਪੂਰੇ ਭਾਰਤ ਤੇ ਕਬਜ਼ਾ ਕਰ ਜਾਣਾ, ਹੁਣ ਆਪਾਂ ਜਾਣਦੇ ਆ ਉਹਨਾਂ ਪੁਆਇੰਟਸ ਤੇ। ਵੇਖੋ ਇਹਨਾਂ ਨੇ ਮੈਸੂਰ ਨੂੰ ਵੀ ਜਿੱਤ ਲਿਆ, ਮਰਾਠਿਆਂ ਨੂੰ ਵੀ, ਇਹਨਾਂ ਦਾ ਮਰਾਠਿਆਂ ਦਾ ਰਾਜਵੰਸ਼ ਵੀ ਇਹਨਾਂ ਨੇ ਖਤਮ ਕਰਤਾ। ਉਸ ਤੋਂ ਬਾਅਦ ਇਹਨਾਂ ਨੇ ਕੀ ਸੋਚਿਆ ਵੀ ਜਿਹੜੇ ਵੱਡੇ ਵੱਡੇ ਰਾਜੇ ਸੀ ਉਹਨਾਂ ਨੂੰ ਤੇ ਅਸੀਂ ਹਰਾਤਾ ਹਨਾ, ਤੇ ਜਿਹੜੇ ਛੋਟੇ ਮੋਟੇ ਰਾਜ ਰਹਿ ਗਏ ਆ, ਮਤਲਬ ਸਾਡੀ ਨੀਤੀ ਤਾਂ ਹੁਣ ਭਾਰਤ ਤੇ ਪੂਰੇ ਕਬਜ਼ਾ ਕਰਨ ਦੀ ਆ, ਕਿਉਂ ਨਾ ਅਸੀਂ ਇਹਨਾਂ ਦੇ ਆਕਰਮਣ ਕਰੀਏ, ਇਹਨਾਂ ਤੇ ਲੜਾਈਆਂ ਕਰਕੇ ਅਸੀਂ ਇਹਨਾਂ ਦੇ ਸਾਮਰਾਜ ਆਪਣੇ ਹੱਥਾਂ ਦੇ ਵਿੱਚ ਲੈ ਲਈਏ। ਇਹਨਾਂ ਦੀਆਂ ਆਕਰਮਣ ਨੀਤੀਆਂ ਆ ਜਾਣੀਆਂ ਇਸ ਤੋਂ ਬਾਅਦ। ਹੁਣ ਵੇਖੋ 1 ਮਿੰਟ ਆਹ ਟਾਈਮ ਪੀਰੀਅਡ ਲਿਖ ਲਓ, ਬੁੱਕ ਦੇ ਵਿੱਚ ਦਿੱਤਾ ਵਾ ਲਾਰਡ ਹੈਸਟਿੰਗਸ ਜਿਹੜਾ ਵਾ ਇਹਦਾ ਸਮਾਂ ਕਾਲ ਬੁੱਕ ਦੇ ਵਿੱਚ ਦਿੱਤਾ ਵਾ, ਸਾਡੀ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ 1813 ਤੋਂ 23 ਤੱਕ ਦਾ ਟਾਈਮ ਪੀਰੀਅਡ ਜਿਹੜਾ ਵਾ ਇਹ ਗਵਰਨਰ ਜਨਰਲ ਰਹਿੰਦਾ ਵਾ ਲਾਰਡ ਹੈਸਟਿੰਗ ਕਿੱਥੇ ਹਮਲਾ ਕਰਦਾ ਵਾ, ਕਿਉਂਕਿ ਇਹਨਾਂ ਦੀਆਂ ਅਲੱਗ-ਅਲੱਗ ਆਕਰਮਣ ਨੀਤੀਆਂ ਆਉਣੀਆਂ। ਜਿਹੜਾ ਲਾਰਡ ਹੈਸਟਿੰਗ ਆ ਉਹ ਅਫਗਾਨਿਸਤਾਨ ਤੇ ਹਮਲਾ ਕਰਕੇ ਸਿੰਧ ਦਾ ਇਲਾਕਾ ਜਿਹੜਾ ਵਾ ਉੱਥੇ ਆਪਣਾ ਕਬਜ਼ਾ ਕਰ ਲੈਂਦਾ। ਗੱਲ ਕਲੀਅਰ। ਉਧਰੋਂ ਆਪਣੇ ਪੰਜਾਬ ਦੇ ਵਿੱਚ ਆ ਜਾਓ, ਆਪਣੇ ਪੰਜਾਬ ਦੇ ਵਿੱਚ ਕੌਣ ਬੈਠਾ, ਆਪਣਾ ਬੱਬਰ ਸ਼ੇਰ ਮਹਾਰਾਜਾ ਰਣਜੀਤ ਸਿੰਘ। ਕਦੇ ਟਾਈਮ ਮਿਲਿਆ ਇੱਕ ਵਾਰੀ ਆਪਾਂ ਪੇਪਰ ਕਲੀਅਰ ਕਰ ਲਈਏ, ਉਸ ਤੋਂ ਬਾਅਦ ਆਪਾਂ ਥੋੜੇ ਵਿਹਲੇ ਜੇ ਵੀ ਹੋ ਜਾਣਾ ਵਾ, ਕਿਉਂਕਿ ਮਈ 'ਚ ਜੇਕਰ ਆਪਣਾ ਪੇਪਰ ਹੋ ਜਾਂਦਾ, ਜੂਨ ਜੁਲਾਈ 'ਚ ਥੋੜੀ ਆਪਾਂ ਮਹੀਨਾ ਕੁ ਰੈਸਟ ਵੀ ਕਰਾਂਗੇ, ਕੋਈ ਫਨੀ ਵੀਡੀਓ ਵੀ ਲੈ ਕੇ ਆਵਾਂਗੇ ਹਨਾ। ਤੇ ਬਸ ਇਹ ਆ ਵੀ ਤੁਹਾਡਾ ਪੇਪਰ ਕਲੀਅਰ ਹੋ ਜੇ। ਮੈਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਦੱਸੂਗੀ ਵੀ ਜੋ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੋਇਆ, ਜੋ ਜਿੱਡਾ ਕ ਸਾਡਾ ਘੈਂਟ ਗੱਲਬਾਤ ਹੀ ਪੰਜਾਬ ਦੀ, ਸ਼ਾਇਦ ਆਉਣ ਵਾਲੇ ਸਮਿਆਂ ਦੇ ਵਿੱਚ ਕਿਤੇ ਹੋ ਹੀ ਨਹੀਂ ਸਕਦੀ। ਇਹਦੇ ਬਾਰੇ ਬਹੁਤ ਡੂੰਘੀ ਜਾਣਕਾਰੀ ਮਹਾਰਾਜਾ ਰਣਜੀਤ ਸਿੰਘ ਬਾਰੇ ਦੱਸੂ ਮੈਂ ਤੁਹਾਨੂੰ ਕਦੇ ਵਿਹਲੇ ਟਾਈਮ, ਕਿਉਂਕਿ ਆਪਾਂ ਬਣੇ ਰਹਿਣਾ ਤੁਹਾਡੇ ਨਾਲ ਹੁਣ ਏਦਾਂ ਹੀ, ਠੀਕ ਆ। ਤੇ ਲਾਰਡ ਹੈਸਟਿੰਗ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਤੇ ਇਹਨੇ ਜਿੱਤਿਆ ਕਿਹਨੂੰ, ਸਿੰਧ ਨੂੰ ਆਪਦੇ ਕਬਜ਼ੇ ਵਿੱਚ ਕਰ ਲਿਆ। ਉਧਰੋਂ ਪੰਜਾਬ ਦੇ ਵਿੱਚ ਕੌਣ ਸੀ, ਮਹਾਰਾਜਾ ਰਣਜੀਤ ਸਿੰਘ। ਤੇ ਮਹਾਰਾਜਾ ਦੇਖੋ ਇੱਥੇ ਇੱਕ ਪੁਆਇੰਟ ਧਿਆਨ ਦੇ ਵਿੱਚ ਸਮਝਿਓ, ਜਦ ਤੱਕ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਰਹੇ ਆ ਨਾ, ਵੇਖੋ ਇੱਕ ਅੱਖ ਤੋਂ ਵੀ ਉਹ ਕਾਣੇ ਸੀ, ਇੱਕ ਐਜੂਕੇਟਡ ਵੀ ਨਹੀਂ ਸੀ, ਪਰ ਜਿੰਨਾ ਉਸ ਸਾਡੇ ਸਿੰਘ ਦਾ ਦਿਮਾਗ ਸੀ ਨਾ, ਕੋਈ ਪੜ੍ਹਿਆ ਲਿਖਿਆ ਵਿਅਕਤੀ ਉਹਦਾ ਮੁਕਾਬਲਾ ਨਹੀਂ ਕਰ ਸਕਦਾ, ਠੀਕ ਹੈ ਨਾ। ਹੁਣ ਵੇਖੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅੰਗਰੇਜ਼ ਸਾਡੇ ਪੰਜਾਬ ਦੇ ਵਿੱਚ ਖੰਗੇ ਨਹੀਂ। ਵੇਖੋ ਆ ਸਾਡਾ ਭਾਰਤ ਆ, ਮੰਨ ਲਓ ਆ ਸਾਡਾ ਭਾਰਤ ਆ, ਇੱਥੇ ਕਿ ਇਹਨਾਂ ਨੇ ਸਾਡੇ ਪੰਜਾਬ ਵੱਲ ਵੇਖਿਆ ਨਹੀਂ, ਬਾਕੀ ਸਾਰੇ ਇਲਾਕੇ ਜਿੱਤੀ ਗਏ ਤੇ ਪੰਜਾਬ ਵੱਲ ਅੱਖ ਚੁੱਕ ਕੇ ਨਹੀਂ ਵੇਖਿਆ। ਥਰ ਕੰਬਦੇ ਸੀ ਅੰਗਰੇਜ਼ ਸਾਡੇ ਮਹਾਰਾਜਾ ਰਣਜੀਤ ਸਿੰਘ ਤੋਂ। ਜਦ ਤੱਕ ਸਾਡੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਹੀਂ ਹੋ ਗਈ, ਉਦੋਂ ਤੱਕ ਜਿਹੜੇ ਆ ਇਹ ਸਾਡੇ ਪੰਜਾਬ ਵੱਲ ਇਹਨਾਂ ਨੇ ਅੱਖ ਚੱਕ ਕੇ ਨਹੀਂ ਵੇਖਿਆ। ਇੰਨਾ ਡਰਦੇ ਸੀ, ਇੰਨਾ ਭੈ ਸੀ ਇਹਨਾਂ ਨੂੰ। ਤੇ ਇੰਗਲੈਂਡ ਦੇ ਵਿੱਚ ਅੱਜ ਵੀ ਸਾਡੇ ਤਾਜ ਪਿਆ ਵਾ ਸਾਡੇ ਉਹਨਾਂ ਵੇਲਿਆਂ ਦਾ। ਵੇਖੋ ਕਿਹੋ ਜੀਆਂ ਸਾਡੀਆਂ ਸਰਕਾਰਾਂ ਤੇ ਕਿਹੋ ਜੀਆਂ ਸਾਡੀਆਂ ਹਕੂਮਤਾਂ। ਜੇ ਮੈਂ ਗੱਲ ਕਰਾਂ ਤੇ ਫਿਰ ਗੱਲ ਹੋ ਜਾਣੀ ਆ ਲੰਮੀ, ਇਹਦੇ ਬਾਰੇ ਆਪਾਂ ਗੱਲ ਬਾਅਦ ਚ ਕਰਾਂਗੇ। ਕਹਿਣ ਦਾ ਭਾਵ ਇਹ ਆ ਵੀ ਅੰਗਰੇਜ਼ਾਂ ਨੇ ਪੰਜਾਬ ਵੱਲ ਉਦੋਂ ਤੱਕ ਮਾੜੀ ਨਿਗਾਹ ਦੇ ਨਾਲ ਨਹੀਂ ਦੇਖਿਆ ਜਦ ਤੱਕ ਸਾਡਾ ਮਹਾਰਾਜਾ ਰਣਜੀਤ ਸਿੰਘ ਬੱਬਰ ਸ਼ੇਰ ਪੰਜਾਬ ਦੇ ਵਿੱਚ ਬੈਠਾ ਸੀ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਆ ਤੇ ਹੁਣ ਇਹਨਾਂ ਨੂੰ ਕੋਈ ਹੈ ਪੰਜਾਬ ਦਾ ਹੈ ਨਹੀਂ ਕੋਈ ਯੋਗ ਨੇਤਾ, ਇਹਨਾਂ ਨੇ 1849 ਦੇ ਟਾਈਮ ਪੀਰੀਅਡ ਦੇ ਵਿੱਚ ਸਾਡੇ ਪੰਜਾਬ ਤੇ ਕੀ ਕਰ ਲਿਆ, ਕਬਜ਼ਾ ਕਰ ਲਿਆ, ਠੀਕ ਆ। ਹੁਣ ਇਸ ਤੋਂ ਬਾਅਦ ਇਹਨਾਂ ਦੀ ਆ ਜਾਂਦੀ ਆ ਲਾਰਡ ਡਲਹੌਜ਼ੀ ਦੀ ਲੈਪਸ ਦੀ ਨੀਤੀ, ਸਭ ਤੋਂ ਘਟੀਆ ਨੀਤੀ ਤੇ ਬਹੁਤ ਹੀ ਫੇਮਸ
ਤੇ ਇੱਥੋਂ ਸਾਡੇ ਪੀਐਸਟੈਟ ਦੇ ਵਿੱਚ ਕੁਐਸਚਨ ਵੀ ਪੁੱਛੇ ਗਏ ਆ। ਪਰ ਜੇ ਸਾਨੂੰ ਦੁਬਾਰਾ ਕੁਐਸਚਨ ਆਉਂਦਾ, ਮੈਂ ਤੁਹਾਨੂੰ ਇਹ ਦੱਸਦੀ ਹੁੰਦੀ ਆ ਬਹੁਤ ਜ਼ਿਆਦਾ ਵੀ ਸਾਡੇ ਪੀਐਸਟੈਟ ਦੇ ਪੇਪਰ ਵਿੱਚ ਸ਼ਬਦਾਂ ਦਾ ਹੇਰ ਫੇਰ ਬਹੁਤ ਪਾਉਂਦੇ ਆ, ਸਾਨੂੰ ਕਨਫਿਊਜ਼ ਕਰ ਦਿੰਦੇ। ਅੱਜ ਤੱਕ ਤੁਸੀਂ ਲੈਪਸ ਦੀ ਨੀਤੀ ਪੜ੍ਹੀ ਜਾਂਦੇ ਆ, ਪਰ ਲੈਪਸ ਦੀ ਨੀਤੀ ਨੂੰ ਐਨਸੀਈਆਰਟੀ ਦੇ ਵਿੱਚ ਵਿਲੈ ਨੀਤੀ ਵੀ ਕਿਹਾ ਜਾਂਦਾ ਵਾ। ਇਹ ਪੁਆਇੰਟ ਆਪਣੇ ਦਿਮਾਗ ਦੇ ਵਿੱਚ ਰੱਖ ਲਓ। ਏਦਾਂ ਦੇ ਸ਼ਬਦਾਂ ਦਾ ਹੇਰ ਫੇਰ ਵੀ ਨਾਲ ਮੈਂ ਜ਼ਰੂਰ ਦੱਸਦੀ ਹੁੰਦੀ ਆ। ਏਦਾਂ ਦਾ ਟੀਚਰ ਤੁਹਾਨੂੰ ਸ਼ਾਇਦ ਹੀ ਕੋਈ YouTube ਤੇ ਮਿਲੂਗਾ, ਕਿਉਂਕਿ ਜੇਕਰ ਸਾਨੂੰ ਕੋਈ ਲੈਪਸ ਦੀ ਨੀਤੀ ਦਾ ਕੁਐਸਚਨ ਪੁੱਛਦੇ ਆ ਤੇ ਹੋ ਸਕਦਾ ਲੈਪਸ ਸ਼ਬਦ ਨਾ ਵਰਤਣ, ਇਸ ਵਾਰੀ ਵਿਲੈ ਸ਼ਬਦ ਜਿਹੜਾ ਵਾ ਵਰਤ ਲੈਣ। ਤੇ ਫਿਰ ਹੁਣ ਜਿਨ੍ਹਾਂ ਨੇ ਐਨਸੀਈਆਰਟੀ ਨਹੀਂ ਪੜ੍ਹੀ ਉਹ ਤੇ ਫਿਰ ਝਾਕਣਗੇ ਐ ਹਨਾ। ਅਗਲਿਆਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ, ਟੀਚਰਾਂ ਦੀਆਂ ਚਾਹ ਦਾ ਕੱਪ ਫੜਿਆ ਹੁੰਦਾ, ਨਾਲ ਅਗਲਿਆਂ ਨੇ ਸਮੋਸਾ ਫੜਿਆ ਹੁੰਦਾ, ਤੇ ਆਪਾਂ ਨੂੰ ਤੇ ਵਿਲੇ ਦਾ ਨਹੀਂ ਪਤਾ ਤੇ ਆਪਾਂ ਫਿਰ ਉਹਨਾਂ ਦੇ ਸਮੋਸੇ ਵੱਲ ਵੇਹਨੇ ਹੁੰਦੇ ਆ ਮੂੰਹ ਚੁੱਕ ਕੇ ਹਨਾ। ਸੋ ਏਦਾਂ ਨਹੀਂ ਕਰਨਾ। ਇਸੇ ਹੀ ਕਰਕੇ ਮੇਰੀ ਕੋਸ਼ਿਸ਼ ਕੀ ਆ, ਨਿਚੋੜ ਕਰ ਦੋ ਪੰਜਾਬ ਬੋਰਡ ਦਾ ਵੀ ਤੇ ਐਨਸੀਈਆਰਟੀ ਦਾ ਵੀ। ਸਾਨੂੰ ਲੈਪਸ ਦਾ ਸ਼ਬਦ ਮਿਲਦਾ ਸਾਡੇ ਪੰਜਾਬ ਬੋਰਡ ਦੀ ਬੁੱਕ ਤੋਂ। ਵਿਲੇ, ਲੈਪਸ ਨੂੰ ਵਿਲੇ ਵੀ ਕਿਹਾ ਜਾਂਦਾ ਵਾ, ਇਹ ਸਾਨੂੰ ਕਿੱਥੋਂ ਪਤਾ ਲੱਗ ਗਿਆ? ਐਨਸੀਈਆਰਟੀ ਤੋਂ ਪਤਾ ਲੱਗ ਗਿਆ। ਸੋ ਜਿਹੜੇ ਬੱਚੇ ਨਵੇਂ ਆਏ, ਮੈਂ ਉਹਨਾਂ ਨੂੰ ਇੱਕ ਵਾਰੀ ਦੱਸਦਾ, ਮੇਰਾ ਕਰਵਾਇਆ ਹੋਇਆ ਡਾਟਾ ਜਿਹੜਾ ਵਾ ਐਨਸੀਈਆਰਟੀ ਤੇ ਪੰਜਾਬ ਬੋਰਡ ਦਾ ਨਿਚੋੜ ਆ। ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਸਾਰਿਆਂ ਦਾ ਫਾਇਦਾ ਹੋ ਜੇ, ਠੀਕ ਆ। ਇੱਥੇ ਕਿਹੜਾ ਮੈਂ ਕੋਈ ਫੀਸ ਲਾਈ ਆ ਵੀ ਇੰਨੀ ਫੀਸ ਦੇ ਦਿਓ ਤੇ ਥਿਊਰੀ ਕਰ ਲਓ ਹਨਾ। ਇਹ ਤਾਂ ਮੁਫਤ ਦਾ ਲੰਗਰ ਆ, ਜਿਹੜਾ ਮਰਜ਼ੀ ਛਕੀ ਜਾਓ ਹਨਾ। ਤੇ ਲੈਪਸ ਦੀ ਨੀਤੀ ਜਿਹੜੀ ਸੀਗੀ ਲਾਰਡ ਡਲਹੌਜ਼ੀ ਨੇ ਸ਼ੁਰੂ ਕੀਤੀ ਸੀ। 1848 ਤੋਂ 56 ਤੱਕ ਦਾ ਇਹਦਾ ਟਾਈਮ ਪੀਰੀਅਡ ਆਉਂਦਾ। ਇਹ ਵੀ ਯਾਦ ਜਿਹੜਾ ਰੱਖ ਲਿਓ। ਹੁਣ ਲੈਪਸ ਦੀ ਨੀਤੀ ਹੈ ਕੀ ਸੀ? ਲੈਪਸ ਦੀ ਨੀਤੀ ਇਹ ਸੀ ਵੀ ਕਿਸੇ ਰਾਜੇ ਦੀ ਜਾਂ ਕਿਸੇ ਰਾਣੀ ਦੀ ਆਪਣੀ ਔਲਾਦ ਨਹੀਂ ਹੁੰਦੀ ਹਨਾ, ਤੇ ਉਹਦਾ ਰਾਜਵੰਸ਼ ਉਹਦੇ ਤੋਂ ਖੋਹ ਲਿਆ ਜਾਊਗਾ। ਜੇਕਰ ਕੋਈ ਰਾਜਾ ਜਾਂ ਰਾਣੀ ਕੋਈ ਗੋਦ ਔਲਾਦ ਲੈਂਦਾ ਵਾ, ਮਤਲਬ ਕੋਈ ਬੱਚਾ ਅਡਾਪਟ ਕਰਦਾ ਵਾ, ਤੇ ਉਹਦੀ ਉਹ ਵਾਲੀ ਔਲਾਦ ਨੂੰ ਉਹਦੇ ਰਾਜ ਗੱਦੀ ਦਾ ਹੱਕਦਾਰ ਨਹੀਂ ਮੰਨਿਆ ਜਾਊਗਾ, ਤਾਂ ਵੀ ਉਹਦਾ ਰਾਜ ਜਿਹੜਾ ਵਾ ਆਪਣੇ ਸਾਮਰਾਜ ਦੇ ਵਿੱਚ ਉਹ ਮਿਲਾ ਲੈਣਗੇ। ਹੁਣ ਇਹਨਾਂ ਨੇ ਇਦਾਂ ਹੀ ਕੀਤਾ ਸੀ। ਝਾਂਸੀ ਦੀ ਰਾਣੀ ਦਾ ਗੋਦ ਲਿਆ ਬੱਚਾ ਸੀ, ਇਹਨਾਂ ਨੇ ਐਕਸੈਪਟ ਨਹੀਂ ਸੀ ਕੀਤਾ ਵੀ ਉਹ ਉਹਦੀ ਗੱਦੀ ਦਾ ਵਾਰਸ ਬਣੂਗਾ। ਇਹਨਾਂ ਨੇ ਝਾਂਸੀ ਨੂੰ ਵੀ ਆਪਣੇ ਇਲਾਕੇ ਦੇ ਵਿੱਚ ਮਿਲਾ ਲਿਆ ਸੀ, ਆਪਣੇ ਸਾਮਰਾਜ ਦੇ ਵਿੱਚ ਮਿਲਾ ਲਿਆ ਸੀ। ਹੁਣ ਸਾਨੂੰ ਇੱਥੋਂ ਕੁਐਸਚਨ ਪਤਾ ਕਿੱਦਾਂ ਪੁੱਛਿਆ ਜਾਂਦਾ? ਸਾਨੂੰ ਇੱਥੋਂ ਕੁਐਸਚਨ ਪੁੱਛਿਆ ਜਾਂਦਾ ਵਾ, ਹੇਠਾਂ ਲਿਖਿਆਂ ਵਿੱਚੋਂ ਕਿਹੜੇ-ਕਿਹੜੇ ਇਲਾਕੇ ਲਾਰਡ ਡਲਹੌਜ਼ੀ ਦੀ ਨੀਤੀ ਰਾਹੀਂ ਲੈਪਸ ਦੀ ਨੀਤੀ ਰਾਹੀਂ ਮਿਲਾਏ ਗਏ? ਹੁਣ ਤੁਹਾਨੂੰ ਉਹ ਇਲਾਕੇ ਪਤਾ ਹੋਣੇ ਚਾਹੀਦੇ ਆ ਜਿਹੜੇ ਇਲਾਕੇ ਇਹਨਾਂ ਨੇ ਵਿਲੇ ਨੀਤੀ ਜਾਂ ਲੈਪਸ ਦੀ ਨੀਤੀ ਦੇ ਨਾਲ ਆਪਣੇ ਸਾਮਰਾਜ ਦੇ ਵਿੱਚ ਮਿਲਾਏ। ਇਹ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸਿਤਾਰਾ 1848 ਤੱਕ ਜਿਹੜਾ ਟਾਈਮ ਪੀਰੀਅਡ ਸੀ, 1848 ਦੇ ਵਿੱਚ ਇਹਨਾਂ ਨੇ ਸਿਤਾਰੇ ਨੂੰ ਮਿਲਾਇਆ। ਸਿਤਾਰਾ ਏਰੀਆ ਦਾ ਨਾਮ ਆ। ਸਿਤਾਰੇ ਨੂੰ ਇਹਨਾਂ ਨੇ ਰਲਾਇਆ। ਉਦੈਪੁਰ ਨੂੰ ਰਲਾਇਆ ਇਹਨਾਂ ਨੇ 1852 ਈਸਵੀ ਵਿੱਚ ਲੈਪਸ ਦੀ ਨੀਤੀ ਰਾਹੀਂ। ਸੰਬਲਪੁਰ ਨੂੰ 1850 ਦੇ ਵਿੱਚ, ਨਾਗਪੁਰ ਨੂੰ 1853 ਈਸਵੀ ਵਿੱਚ, ਝਾਂਸੀ ਨੂੰ 1857 ਈਸਵੀ ਦੇ ਵਿੱਚ। ਇਸੇ ਹੀ ਕਰਕੇ ਤੇ 1857 ਈਸਵੀ ਦਾ ਜਿਹੜਾ ਵਿਦਰੋਹ ਆ ਉਹਦੇ ਵਿੱਚ ਕੌਣ ਭਾਗ ਲੈਂਦੀ ਆ? ਸਾਡੀ ਰਾਣੀ ਝਾਂਸੀ। ਕਿਉਂ ਭਾਗ ਲੈਂਦੀ ਆ? ਕਿਉਂਕਿ ਇਹਨਾਂ ਦੀ ਇਹੀ ਚੀਜ਼ ਦਾ ਬਦਲਾ ਲੈਣ ਵਾਸਤੇ। ਪਰ ਕਿਹਾ ਜਾਂਦਾ, ਆਪਾਂ ਪੜ੍ਹਨਾ ਅੱਗੇ ਜਾ ਕੇ 1857 ਈਸਵੀ ਦਾ ਵਿਦਰੋਹ, ਪਰ ਕਿਤੇ ਨਾ ਕਿਤੇ ਕਹਿ ਦਿੱਤਾ ਜਾਂਦਾ ਵਾ ਕਿ ਭਾਵੇਂ ਅੰਗਰੇਜ਼ ਸਾਡੇ ਦੇਸ਼ ਤੇ ਕਬਜ਼ਾ ਕਰ ਗਏ ਸੀ, ਪਰ ਕਿਤੇ ਨਾ ਕਿਤੇ ਸਾਡੇ ਲੋਕ ਅਵੇਅਰ ਹੋ ਗਏ ਸੀ 1857 ਈਸਵੀ ਵਿਦਰੋਹ ਦੇ ਨਾਲ ਵੀ ਇਹ ਸਾਨੂੰ ਗੁਲਾਮ ਬਣਾ ਰਹੇ ਸੀ, ਇਹਨਾਂ ਦਾ ਵਿਦਰੋਹ ਕਰਨਾ। ਇਸੇ ਹੀ ਕਰਕੇ ਤਾਂ ਅਸੀਂ 1857 ਈਸਵੀ ਦੇ ਵਿਦਰੋਹ ਨੂੰ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਹਿ ਕੇ ਮੰਨਦੇ ਆ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਨਵੇਂ ਹੁਣ ਇਹਨਾਂ ਨੇ ਬੜੇ ਇਲਾਕੇ ਜਿਹੜੇ ਆ ਆਪਸ ਚ ਮਿਲਾ ਲਏ। ਇੱਕ ਵਾਰੀ ਤਾਂ ਲੈਪਸ ਦੀ ਨੀਤੀ ਹੋ ਗਿਆ ਹਨਾ, ਤੇ ਇੱਕ ਵਾਰੀ ਅੱਗੇ ਲਿਖ ਲਓ ਵੀ ਹੋਰ ਕਿਹੜੀਆਂ ਨੀਤੀਆਂ ਸੀ ਜਿਨ੍ਹਾਂ ਨੀਤੀਆਂ ਦੇ ਰਾਹੀਂ ਇਹਨਾਂ ਨੇ ਸਾਮਰਾਜ ਨੂੰ ਇਕੱਤਰ ਕੀਤਾ। ਇਹ ਪੁਆਇੰਟ ਸਾਰੇ ਦੇ ਸਾਰੇ ਨੋਟ ਕਰ ਲਓ, ਕਿਉਂਕਿ ਫਿਲਮੀ ਸਟੋਰੀਆਂ ਆਪਣੀਆਂ ਦੋਵਾਂ ਕਲਾਸਾਂ ਦੇ ਵਿੱਚ ਹੋ ਗਈਆਂ ਕੰਪਲੀਟ। ਤੇ ਇਹ ਪੁਆਇੰਟ ਜ਼ਰੂਰ ਯਾਦ ਰੱਖਣ ਵਾਲੇ ਆ। ਜਦੋਂ ਲਾਰਡ ਡਲਹੌਜ਼ੀ ਦੀ ਟਾਈਮ ਪੀਰੀਅਡ ਦੀ ਗੱਲ ਆ ਜੇ, ਟਾਈਮ ਪੀਰੀਅਡ ਇਹਦਾ ਜ਼ਰੂਰ ਯਾਦ ਰੱਖਣਾ ਵਾ। 1848 ਤੋਂ 1856 ਤੱਕ ਦਾ ਜਿਹੜਾ ਟਾਈਮ ਪੀਰੀਅਡ ਆ, ਵੇਖੋ ਯੁੱਧਾਂ ਦੁਆਰਾ ਵਿਸਤਾਰ,
ਲੈਪਸ ਜਾਂ ਵਿਲੇ ਦੀ ਨੀਤੀ ਭੈੜੇ ਸ਼ਾਸਨ ਦਾ ਦੋਸ਼ ਲਗਾ ਕੇ ਖਿਤਾਬ ਤੇ ਪੈਨਸ਼ਨਾਂ ਬੰਦ ਕਰਕੇ ਇਹਨਾਂ 4 ਤਰੀਕਿਆਂ ਦੇ ਰਾਹੀਂ ਲਾਰਡ ਡਲਹੌਜ਼ੀ ਨੇ ਅੰਗਰੇਜ਼ਾਂ ਦੇ ਸਾਮਰਾਜ ਦਾ ਵਿਸਤਾਰ ਕੀਤਾ ਸੀ। ਇਹ ਚਾਰੇ ਜਿਹੜੀਆਂ ਨੀਤੀਆਂ ਵਾ ਇਹ ਸਿਰਫ ਤੇ ਸਿਰਫ ਲਾਰਡ ਡਲਹੌਜ਼ੀ ਦੇ ਨਾਲ ਸੰਬੰਧਿਤ ਹੈ। ਇਹ ਪੁਆਇੰਟ ਨੋਟ ਕਰ ਲਓ। ਯੁੱਧਾਂ ਦੁਆਰਾ ਵਿਸਤਾਰ ਵੀ 1850 ਦਾ ਜਿਹੜਾ ਟਾਈਮ ਪੀਰੀਅਡ ਸੀ। ਸਿੱਕਮ ਤੇ ਹਮਲਾ ਕੀਤਾ, ਪਗੋਮ ਤੇ ਪ੍ਰੋਮ ਤੇ ਪੀਗੂ ਤੇ ਇਦਾਂ ਦੇ ਨਾਮ ਆ ਇਲਾਕਿਆਂ ਦੇ, ਯਾਦ ਰੱਖ ਲਿਓ। ਲੈਪਸ ਦੀ ਨੀਤੀ ਤੁਹਾਨੂੰ ਪਤਾ ਹੀ ਆ, ਝਾਂਸੀ ਹੋ ਗਿਆ, ਉਦੈਪੁਰ ਹੋ ਗਿਆ, ਸੰਬਲਪੁਰ ਹੋ ਗਿਆ, ਸਿਤਾਰਾ ਹੋ ਗਿਆ, ਬਘਾਟ ਹੋ ਗਿਆ। ਜਿੱਥੇ ਤੁਸੀਂ ਲਿਖਿਆ ਹੈ ਨਾ ਝਾਂਸੀ, ਸੰਬਲਪੁਰ, ਸਿਤਾਰਾ ਹਨਾ, ਤੇ ਉੱਥੇ ਨਾਲ ਬਘਾਟ ਵੀ ਲਿਖ ਲਿਓ। ਬਘਾਟ ਦਾ ਇਲਾਕਾ ਵੀ ਸੀ ਜਿਹੜਾ ਇਹਨਾਂ ਨੇ ਲੈਪਸ ਦੀ ਨੀਤੀ ਰਾਹੀਂ ਅਪਣਾਇਆ ਸੀਗਾ, ਮਿਲਾਇਆ ਸੀਗਾ। ਭੈੜੇ ਸ਼ਾਸਨ ਦਾ ਦੋਸ਼ ਲਗਾ ਕੇ ਅਵਧ ਨੂੰ ਇਹਨਾਂ ਨੇ ਇਸ ਰਾਹੀਂ, ਜੇਕਰ ਪੁੱਛਿਆ ਜਾਵੇ ਵੀ ਉਹ ਕਿਹੜਾ ਇਲਾਕਾ ਸੀ ਜਿੱਥੇ ਭੈੜੇ ਪ੍ਰਸ਼ਾਸਨ ਦਾ ਦੋਸ਼ ਲਗਾ ਕੇ ਇਹਨਾਂ ਨੇ ਆਪਣੇ ਸਾਮਰਾਜ ਦੇ ਵਿੱਚ ਮਿਲਾਇਆ, ਅਵਧ ਦੇ ਨਾਲ ਇਦਾਂ ਕੀਤਾ ਹੀ ਵੀ ਤੁਹਾਡਾ ਤਾਂ ਸ਼ਾਸਨ ਪ੍ਰਬੰਧ ਨਹੀਂ ਵਧੀਆ, ਵੀ ਤੁਸੀਂ ਸ਼ਾਸਨ ਐ ਚਲਾ ਰਹੇ ਜੋ ਚਲਾ ਰਹੇ ਆ, ਵੀ ਆਪੇ ਹੀ ਸਾਰਾ ਕੁਝ ਕ੍ਰੀਏਟ ਕਰਕੇ ਤੇ ਆਪੇ ਹੀ ਉਹਨਾਂ ਨੂੰ ਇਸ ਚੀਜ਼ ਦਾ ਦੋਸ਼ੀ ਬਣਾਤਾ। ਇਦਾਂ ਕੀਤਾ ਸੀ ਇਹਨਾਂ ਨੇ। ਖਿਤਾਬ ਤੇ ਪੈਨਸ਼ਨਾਂ ਬੰਦ ਕਰਕੇ, ਇਹਦਾ ਮਤਲਬ ਕੀ ਆ, ਜਿਹੜੀਆਂ ਕਰਨਾਟਕ ਸੀ ਨਾ, ਕਰਨਾਟਕ ਹੋ ਗਿਆ, ਪੂਨਾ ਹੋ ਗਿਆ, ਤੰਜੋਰ ਹੋ ਗਿਆ, ਸੂਰਤ ਹੋ ਗਿਆ, ਇਹ ਰਿਆਸਤਾਂ ਸੀਗੀਆਂ। ਇਹਨਾਂ ਰਿਆਸਤਾਂ ਦੇ ਵਿੱਚ ਜਿਹੜੇ ਕਹਿ ਲਓ ਵੀ ਜਿਹੜੇ ਇਹਨਾਂ ਰਿਆਸਤਾਂ ਦੇ ਵਿੱਚ ਇਹਨਾਂ ਰਿਆਸਤਾਂ ਦੇ ਜਿਹੜੇ ਸਰਦਾਰ ਸੀ, ਜਾਂ ਇਹਨਾਂ ਰਿਆਸਤਾਂ ਦੇ ਜਿਹੜੇ ਕਹਿ ਲਓ ਵੀ ਇਹਨਾਂ ਰਿਆਸਤਾਂ ਦੇ ਵਿੱਚ ਜਿਹੜੀਆਂ ਉੱਚੀਆਂ ਪਦਵੀਆਂ ਸੀਗੀਆਂ, ਤੇ ਜੇ ਉੱਚੀਆਂ ਪਦਵੀਆਂ ਤੇ ਇਹਦਾ ਮਤਲਬ ਇਹ ਆ ਵੀ ਉਹਨਾਂ ਦੇ ਪੈਨਸ਼ਨਾਂ ਵੀ ਉਹਨਾਂ ਦੀਆਂ ਹੋਣਗੀਆਂ, ਤੇ ਇਹਨਾਂ ਦੇ ਖਿਤਾਬ, ਪੈਨਸ਼ਨਾਂ ਸਭ ਕੁਝ ਇਹਨਾਂ ਨੇ ਕੀ ਕਰਤਾ, ਬੰਦ ਕਰਤਾ। ਤੇ ਖਿਤਾਬ ਤੇ ਪੈਨਸ਼ਨਾਂ ਕਿਹੜੇ ਇਲਾਕੇ ਦੀਆਂ ਬੰਦ ਕਰਕੇ ਇਹਨਾਂ ਨੇ ਆਪਣੇ ਸਾਮਰਾਜ ਦਾ ਵਿਸਤਾਰ ਕੀਤਾ। ਜ਼ਰੂਰ ਯਾਦ ਰੱਖਿਓ, ਕਰਨਾਟਕ, ਪੂਨਾ, ਤੰਜੋਰ ਤੇ ਸੂਰਤ। ਜੇਕਰ ਲੈਪਸ ਦਾ ਪੁੱਛਿਆ ਜਾਵੇ, ਸਿਤਾਰਾ, ਸੰਬਲਪੁਰ, ਝਾਂਸੀ, ਉਦੈਪੁਰ, ਬਘਾਟ, ਇਹ ਇਲਾਕੇ ਯਾਦ ਰੱਖਿਓ। ਜਦੋਂ ਖਿਤਾਬ ਪੈਨਸ਼ਨਾਂ ਦੀ ਬੰਦ ਆ ਜੇ, ਗੱਲ ਆ ਜੇ ਕਰਨਾਟਕ, ਪੂਨਾ, ਤੰਜੋਰ ਤੇ ਸੂਰਤ। ਉਸ ਤੋਂ ਬਾਅਦ ਇਹ ਕਰਦੇ ਆਪਣੀ ਨਵੀਂ ਵਿਵਸਥਾ ਸ਼ੁਰੂ, ਕਿਉਂਕਿ ਹੁਣ ਲਗਭਗ ਇਹ ਆਪਣਾ ਵਿਸਤਾਰ ਕਰ ਚੁੱਕੇ, ਪੂਰੇ ਭਾਰਤ ਦੇ ਵਿੱਚ ਇਹਨਾਂ ਦਾ ਹੋ ਚੁੱਕਿਆ ਕਬਜ਼ਾ। ਹੁਣ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਵਿਵਸਥਾਵਾਂ ਕਰਨਗੇ। ਕੀ ਵਿਵਸਥਾ ਕਰਨਗੇ? 1772 ਦਾ ਟਾਈਮ ਪੀਰੀਅਡ 'ਚ ਜਾ ਕੇ ਇਹ ਕੀ ਕਰਨਗੇ, 2 ਅਦਾਲਤਾਂ ਸਥਾਪਿਤ ਕਰਨਗੇ। ਇੱਕ ਅਦਾਲਤ ਫੌਜਦਾਰੀ ਅਦਾਲਤ ਤੇ ਦੀਵਾਨੀ ਅਦਾਲਤ। ਇਹ 2 ਅਦਾਲਤਾਂ ਅੰਗਰੇਜ਼ ਸਾਡੇ ਦੇਸ਼ ਦੇ ਵਿੱਚ ਲਗਾਉਣਗੇ। ਉਸ ਤੋਂ ਬਾਅਦ 1773 ਦਾ ਰੈਗੂਲੇਟਿੰਗ ਐਕਟ, ਇਹ ਤਾਂ ਤੁਹਾਨੂੰ ਪਤਾ ਹੀ ਆ, ਬਹੁਤ ਫੇਮਸ ਆ ਹਨਾ। ਰੈਗੂਲੇਟਿੰਗ ਐਕਟ ਜਿਹੜਾ ਵਾ, ਇਹਦੇ ਤਹਿਤ ਇਹ ਸਾਡੇ ਸੁਪਰੀਮ ਕੋਰਟ ਦੀ ਕੀ ਕਰਦੇ ਆ, ਸਥਾਪਨਾ ਕਰਦੇ ਆ। ਬਸ ਇਥੋਂ ਬਾਅਦ ਅੰਗਰੇਜ਼ ਸਾਡੇ ਦੇਸ਼ ਦੇ ਵਿੱਚ ਛਾ ਗਏ। ਸਾਡੇ ਪੂਰੇ ਭਾਰਤ ਦਾ 63% ਭੂ-ਭਾਗ ਤੇ ਕਬਜ਼ਾ ਕਰ ਗਏ ਸੀ। 1773 ਤੱਕ ਦੇ ਟਾਈਮ ਪੀਰੀਅਡ ਦੇ ਵਿੱਚ 63% ਭਾਰਤ ਦੇ ਭੂ-ਭਾਗ ਤੇ ਕਬਜ਼ਾ ਕਰ ਗਏ ਸੀ, ਤੇ 78% ਆਬਾਦੀ, ਸਾਡੇ ਭਾਰਤ ਦੀ 78% ਆਬਾਦੀ ਜਿਹੜੀ ਸੀਗੀ ਇਹਨਾਂ ਨੇ ਆਪਦੇ ਅਧੀਨ ਕਰ ਲਈ ਸੀ। ਵੀ ਆਪਾਂ ਬਸ ਐ ਸੀ ਵੀ ਜੋ ਅੰਗਰੇਜ਼ ਕਹਿਣਗੇ ਉਹੀ ਕਰਨਾ ਪਊਗਾ। ਆਪਾਂ ਨੂੰ ਇਹਨਾਂ ਨੇ ਕੀ ਕਰ ਲਿਆ, ਗੁਲਾਮ ਬਣਾ ਲਿਆ। ਕਿੰਨੀ ਆਬਾਦੀ ਇਹਨਾਂ ਨੇ ਸਾਡੀ ਗੁਲਾਮ ਬਣਾ ਲਈ, 78% ਭਾਰਤ ਦੀ ਆਬਾਦੀ ਇਹਨਾਂ ਨੇ ਕੀ ਕਰ ਲਈ ਸੀ, ਗੁਲਾਮ ਬਣਾ ਲਈ ਸੀ। ਠੀਕ ਆ। ਇਸ ਪੁਆਇੰਟ ਤੋਂ ਬਾਅਦ ਬਸ ਸਾਡਾ ਜਿਹੜਾ ਸਾਡਾ ਮੇਨ ਟੌਪਿਕ ਜਿਹੜਾ ਮੈਂ ਬੇਸ ਤੋਂ ਸ਼ੁਰੂ ਕੀਤਾ ਸੀ, ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਅੰਗਰੇਜ਼ ਸਾਡੇ ਦੇਸ਼ ਦੇ ਵਿੱਚ ਕਿੱਦਾਂ ਆਏ, ਕੀ ਕੀਤਾ ਸਾਰਾ। ਹੁਣ ਮੈਂ ਬੇਸ ਤੋਂ ਲੈ ਕੇ ਐਂਡ ਤੱਕ ਕਰਵਾਤਾ, ਸਾਰੀਆਂ ਲੜਾਈਆਂ ਦੱਸੀਆਂ ਵੀ ਕਿੱਦਾਂ ਇਹਨਾਂ ਨੇ ਕੰਪਨੀਆਂ ਸਟੈਬਲਿਸ਼ ਕੀਤੀਆਂ, ਕਿੱਦਾਂ ਇਹਨਾਂ ਨੇ ਸਾਡੇ ਵੱਡੇ ਰਾਜੇ ਯੋਧੇ, ਸਾਡੇ ਨਵਾਬ, ਬੰਗਾਲ ਦੇ ਨਵਾਬ, ਕਿੱਦਾਂ ਇਹਨਾਂ ਨੇ ਬੰਗਾਲ ਨੂੰ ਕਬਜ਼ੇ 'ਚ ਲਿਆ, ਸਾਰਾ ਕੁਝ। ਜਾਨੀ ਕਿ ਹੌਲੀ ਮੈਂ ਤੁਹਾਨੂੰ ਉੱਥੋਂ ਤੱਕ ਲੈ ਆਈ ਜਿੱਥੇ ਆ ਕੇ ਅੰਗਰੇਜ਼ਾਂ ਨੇ ਸਾਨੂੰ ਬਣਾਤਾ ਗੁਲਾਮ। ਹੁਣ ਲਾਸਟ ਤੇ ਇੱਕ ਪੁਆਇੰਟ ਆ ਜਿਹੜਾ ਤੁਸੀਂ ਨੋਟ ਕਰਕੇ ਰੱਖ ਲੈਣਾ ਵਾ ਵੀ ਇਹਨਾਂ ਦੀਆਂ ਫਰਾਂਸੀਸੀਆਂ ਦੀਆਂ, ਪੁਰਤਗਾਲੀਆਂ ਦੀਆਂ ਕੰਪਨੀਆਂ ਕਿੱਥੇ ਸੀ। ਇਹ ਡਾਟਾ ਥੋੜਾ ਜਿਹਾ ਇਕੱਠਾ ਕਰਕੇ ਲਿਖ ਲਓ। ਇਹ ਪੁਆਇੰਟ ਨੋਟ ਕਰ ਲਓ। ਪੁਰਤਗਾਲੀਆਂ ਦੀਆਂ ਬਸਤੀਆਂ ਕਿੱਥੇ ਸੀ? ਗੋਆ ਦੇ ਵਿੱਚ ਪਹਿਲੀ, ਫਿਰ ਦੂਜੀ ਦਮਨ ਦੇ ਵਿੱਚ, ਤੀਜੀ ਸਾਲਸੈਟ, ਚੌਥੀ ਬਾਸਿਨ,
ਫਿਰ ਸੈਂਟ ਟੋਮ, ਫਿਰ ਹੁਗਲੀ। ਗੋਆ, ਦਮਨ, ਸਾਲਸੈਟ, ਬਾਸਿਨ, ਸੈਂਟ ਟੋਮ ਤੇ ਹੁਗਲੀ ਇਹ ਪੁਰਤਗਾਲੀਆਂ ਦੀਆਂ ਬਸਤੀਆਂ ਸੀ। ਡੱਚ ਤੇ ਆ ਜਾਓ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਪੁਰਤਗਾਲੀ ਆਏ, ਫਿਰ ਡੱਚ ਆਏ, ਫਿਰ ਫਰਾਂਸੀਸੀ ਆਏ, ਫਿਰ ਅੰਗਰੇਜ਼ ਆਏ। ਹੁਣ ਜੇਕਰ ਤੁਸੀਂ ਇਹਨਾਂ ਦਾ ਸੀਕੁਐਂਸ ਯਾਦ ਰੱਖਣ ਦੇ ਵਿੱਚ ਪ੍ਰੋਬਲਮ ਆਉਂਦੀ, ਇੱਧਰ ਵੇਖੋ ਪੁਰਤਗਾਲੀ ਪੀ ਤੇ ਆਪਣੇ ਡੱਚ ਆ ਗਏ PDF, PDF ਹੋ ਗਿਆ। ਬਸ PDF ਯਾਦ ਰੱਖ ਲਿਆ ਤੇ ਤੀਜੇ ਨੰਬਰ ਤੇ ਅੰਗਰੇਜ਼ ਕਰ ਦੋ। ਬਸ ਗੱਲ ਠੀਕ। PDF ਨਹੀਂ ਭੇਜਦੀ ਮੈਂ ਤੁਹਾਨੂੰ ਟੈਲੀਗ੍ਰਾਮ ਤੇ, PDF ਤੋਂ ਯਾਦ ਰੱਖਿਓ ਪੁਰਤਗਾਲੀ, ਡੱਚ, ਫਰਾਂਸੀਸੀ ਤੇ ਲਾਸਟ ਤੇ ਅੰਗਰੇਜ਼। ਗੱਲ ਕਲੀਅਰ ਨਾ। ਪੁਰਤਗਾਲੀਆਂ ਦੀਆਂ ਕਿਹੜੀਆਂ ਬਸਤੀਆਂ ਸੀ? ਗੋਆ, ਦਮਨ, ਸਾਲਸੈਟ, ਬਾਸਿਨ, ਸੈਂਟ ਟੋਮ ਤੇ ਹੁਗਲੀ। ਡੱਚਾਂ ਦੀਆਂ ਜਿਹੜੇ ਡੱਚ ਸੀਗੇ ਇਹ ਤੇ ਵਿਚਾਰੇ ਥੋੜੇ ਹੀ ਛੇਤੀ ਚਲ ਗਏ ਸੀਗੇ। ਕੋਚੀਨ, ਸੂਰਤ, ਨਾਗਪਟਨਮ, ਪੁਲੀਕਟ ਤੇ ਚਿਨਸੁਰਾ। ਠੀਕ ਹੈ। ਡੱਚਾਂ ਦੀ ਪਹਿਲੀ ਬਸਤੀ ਕਿੱਥੇ ਸੀ? ਕੋਚੀਨ ਦੇ ਵਿੱਚ। ਪੁਰਤਗਾਲੀਆਂ ਦੀ ਕਿੱਥੇ ਸੀ? ਗੋਆ ਦੇ ਵਿੱਚ। ਫਰਾਂਸੀਸੀਆਂ ਦੀ ਕਿੱਥੇ ਸੀ? ਪਾਂਡੇਚੇਰੀ, ਚੰਦਰਨਗਰ ਤੇ ਕਾਰੀਕਲ। ਇਹ ਮੈਂ ਤੁਹਾਨੂੰ ਥਿਊਰੀ ਦੇ ਵਿੱਚ ਵੀ ਕਰਵਾਇਆ ਸੀ। ਅੰਗਰੇਜ਼ਾਂ ਦੀ ਕਿੱਥੇ ਸੀਗੀ? ਸੂਰਤ ਦੇ ਵਿੱਚ। ਜ਼ਿਆਦਾਤਰ ਪੁਰਤਗਾਲੀਆਂ ਦੀ ਪੁੱਛੀ ਗਈ ਅੱਜ ਤੱਕ ਤੇ ਜਾਂ ਅੰਗਰੇਜ਼ਾਂ ਦੀ ਪੁੱਛੀ ਗਈ ਆ। ਇਹ ਦੋ ਜ਼ਰੂਰ ਯਾਦ ਰੱਖ ਲਿਓ ਪੁਰਤਗਾਲੀਆਂ ਦੀਆਂ ਗੋਆ, ਦਮਨ, ਸਾਲਸੈਟ, ਬਾਸਿਨ, ਸੈਂਟ ਟੋਮ ਤੇ ਹੁਗਲੀ। ਅੰਗਰੇਜ਼ਾਂ ਦੀਆਂ ਸੂਰਤ, ਅਹਿਮਦਾਬਾਦ, ਬੜੋਚ, ਆਗਰਾ, ਬੰਬਈ ਤੇ ਕੋਲਕਾਤਾ। ਤੇ ਜੇਕਰ ਪੁੱਛਿਆ ਜਾਵੇ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ? 31 ਦਸੰਬਰ 1600 ਦੇ ਟਾਈਮ ਪੀਰੀਅਡ ਦੇ ਵਿੱਚ ਫਰਕਸ਼ੀਅਰ ਨੇ ਕਿੰਨੇ ਟੈਕਸ ਦੇ ਬਦਲੇ ਬੰਗਾਲ, ਬਿਹਾਰ ਤੇ ਉੜੀਸਾ ਤੋਂ ਬਿਨਾਂ ਕਰ ਤੋਂ ਵਪਾਰ ਕਰਨ ਦਾ ਆਗਿਆ ਦੇਤੀ ਅੰਗਰੇਜ਼ਾਂ ਨੂੰ? 3000। ਕਹਿੰਦਾ ਸੀ ਮੈਂ ਤੁਹਾਨੂੰ 3000 ਨਹੀਂ ਦੇ ਸਕਦਾ, ਤੁਸੀਂ ਬੰਗਾਲ, ਬਿਹਾਰ ਤੋਂ ਜਿੱਦਾਂ ਮਰਜੀ ਉੜੀਸਾ ਤੋਂ ਤੁਸੀਂ ਵਪਾਰ ਕਰ ਲਓ। ਇਹ ਕਿਹਨੇ ਕੀਤਾ ਸੀ? ਫਰਕਸ਼ੀਅਰ ਨੇ ਕੀਤਾ ਸੀ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਜੇਕਰ ਪੁੱਛਿਆ ਜਾਵੇ ਕਿ 1757 ਵਿੱਚ ਪਲਾਸੀ ਦੀ ਲੜਾਈ ਕਿਹਦੇ ਵਿਚਕਾਰ ਹੋਈ ਸੀਗੀ, ਧਿਆਨ ਦੇ ਵਿੱਚ ਰੱਖਿਓ ਇਹ ਜਿਹੜੀ ਲੜਾਈ ਸੀ ਇਹ ਹੋਈ ਸੀ ਬੰਗਾਲ ਦੇ ਨਵਾਬ ਸਿਰਾਜ ਉਦੌਲਾ ਦੇ ਨਾਲ। ਇਹ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਗਦਾਰੀ ਦੇ ਕਾਰਨ। ਕਿਹਦੀ ਗਦਾਰੀ ਦੇ ਕਾਰਨ? ਮੀਰ ਜਾਫਰ ਦੀ ਗਦਾਰੀ ਦੇ ਕਾਰਨ ਸਾਡੇ ਭਾਰਤ ਦਾ ਪਹਿਲਾ ਗਦਾਰ ਜਿਹਨੂੰ ਅਸੀਂ ਕਹਿੰਦੇ ਆ, ਮੈਂ ਕਹਿੰਨੀ ਆ, ਠੀਕ ਆ। ਉਸ ਤੋਂ ਬਾਅਦ ਬਕਸਰ ਦੀ ਲੜਾਈ ਸਾਡੀ 1764 ਦਾ ਟਾਈਮ ਪੀਰੀਅਡ, ਜਿਹਦੇ ਵਿੱਚ ਕੌਣ ਲੜਦੇ ਆ? ਅੰਗਰੇਜ਼, ਮੀਰ ਕਾਸਿਮ, ਸੁਜਾ ਉਦੌਲਾ ਤੇ ਸ਼ਾਹ ਆਲਮ। ਸੁਜਾ ਉਦੌਲਾ ਤੇ ਸ਼ਾਹ ਆਲਮ ਕੀ ਕਰ ਲੈਂਦੇ ਆ? ਐਂਡ ਤੇ ਕੀ ਕਰ ਲੈਂਦੇ ਆ? ਆਪਣੀਆਂ ਸੰਧੀ ਕਰ ਲੈਂਦੇ ਆ ਅੰਗਰੇਜ਼ਾਂ ਦੇ ਨਾਲ ਤੇ ਮੀਰ ਕਾਸਿਮ ਵਿਚਾਰਾ ਫਿਰ ਭੱਜ ਜਾਂਦਾ ਹਨਾ। ਬਸ ਫਿਰ ਹੁਣ ਅੰਗਰੇਜ਼ ਸਾਡੇ ਦੇਸ਼ ਦੇ ਵਿੱਚ ਆ ਗਏ। ਹੁਣ ਇਹਨਾਂ ਨੇ ਸਾਡੇ ਦੇਸ਼ ਨੂੰ ਬਣਾਉਣਾ ਵਾ ਗੁਲਾਮ। ਇੱਥੋਂ ਤੱਕ ਜੇਕਰ ਤੁਹਾਨੂੰ 3-4 ਕਲਾਸਾਂ ਜਿਨ੍ਹਾਂ ਬੱਚਿਆਂ ਨੇ ਮੇਰੇ ਨਾਲ ਪੂਰੀਆਂ ਲਗਾ ਲੀਆਂ, ਜਿਹੜੇ ਨਵੇਂ ਬੱਚੇ ਆਏ ਉਹ ਪਿਛਲੀਆਂ ਮੇਰੀਆਂ 3-4 ਵੀਡੀਓ ਦੇਖ ਕੇ ਆਇਓ। ਜਿਨ੍ਹਾਂ ਨੇ ਨਹੀਂ ਦੇਖੀਆਂ, ਠੀਕ ਆ, ਉਹ ਦੇਖ ਕੇ ਆਇਓ, ਫੇਰ ਹੀ ਸਹੀ ਸੀਕੁਐਂਸ ਤੁਹਾਡਾ ਪੂਰਾ ਫਿਲਮੀ ਸਟੋਰੀ ਵਾਂਗੂ ਬਣੂਗਾ। ਠੀਕ ਆ। ਇਸ ਪੁਆਇੰਟ ਨੂੰ ਤੁਸੀਂ ਨੇ ਰੱਖਣਾ ਬਿਲਕੁਲ ਧਿਆਨ ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜਾ ਸਾਡਾ ਹੈਗਾ ਅਗਲਾ ਚੈਪਟਰ, ਸਾਡੀ ਪ੍ਰਸ਼ਾਸਨਿਕ ਬਣਤਰ। ਕੀ ਇਸ ਤੋਂ ਬਾਅਦ ਜਦੋਂ ਅੰਗਰੇਜ਼ ਸਾਡੇ ਦੇਸ਼ ਦੇ ਵਿੱਚ ਛਾ ਗਏ, ਕੀ ਕੁਛ ਕਰਦੇ ਆ, ਇਹ ਸਾਰਾ ਕੁਝ ਜਾਣਨ ਦੇ ਲਈ ਤੁਹਾਨੂੰ ਕਰਨਾ ਪਊਗਾ। ਜੇਕਰ ਨਵੇਂ ਆਏ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ, ਕਿਉਂਕਿ ਮੈਂ ਬਹੁਤ ਹੀ ਇੱਕ ਸਟੋਰੀ ਟਾਈਪ ਮਾਡਰਨ ਹਿਸਟਰੀ ਕਰਵਾ ਰਹੀ ਹਾਂ। ਤੇ ਜਿਹੜੇ ਬੱਚੇ ਅੱਜ ਇਸ ਵੀਡੀਓ ਤੇ ਪਹਿਲੀ ਵਾਰੀ ਆਏ ਆ, ਇਹ ਵੀਡੀਓ ਨੂੰ ਸੇਵ ਕਰ ਲਓ, ਲਾਈਕ ਕਰ ਦਿਓ। ਲਾਈਕ ਕਰੋਗੇ ਤੇ ਤੁਹਾਡੀ ਲਾਈਕ ਵਾਲੀ ਜਿਹੜੀ ਲਾਇਬ੍ਰੇਰੀ ਉਹਦੇ ਵਿੱਚ ਵੀਡੀਓ ਸੇਵ ਹੋ ਜਾਂਦੀ ਹੈ ਨਾ। ਤੇ ਇਹਨੂੰ ਲਾਈਕ ਕਰਕੇ ਤੇ ਜਿਹੜੀਆਂ ਪਿਛਲੀਆਂ 2 ਵੀਡੀਓ ਆ ਉਹ ਜ਼ਰੂਰ ਦੇਖ ਕੇ ਆਓ। ਮੈਂ ਪਲੇਲਿਸਟ ਅੱਜ ਹੀ ਬਣਾ ਦਿੰਨੀ ਆ, ਉਹ ਦੇਖ ਕੇ ਆਓ। ਫਿਰ ਅਗਲੀ ਵੀਡੀਓ ਇਹ ਵਾਲੀ ਦੇਖਣਾ, ਫਿਰ ਤੁਹਾਡਾ ਸੀਕੁਐਂਸ ਬਣਨਾ। ਕਿਉਂਕਿ ਇਹ ਜਿਹੜੀਆਂ ਮੇਬੀ 4 ਵੀਡੀਓ ਹੋ ਗਈਆਂ, ਪਤਾ ਨਹੀਂ 3 ਕਿ 4 ਚਾਰ ਕਲਾਸਾਂ ਹੋ ਗਈਆਂ ਮਾਡਰਨ ਹਿਸਟਰੀ ਦੀਆਂ। ਇਹਨਾਂ 4 ਕਲਾਸਾਂ ਦੇ ਵਿੱਚ ਤੁਸੀਂ ਕੀ ਸਿੱਖੋਗੇ ਵੀ ਅੰਗਰੇਜ਼ ਸਾਡੇ ਦੇਸ਼ ਦੇ ਵਿੱਚ ਕਿੱਦਾਂ ਐਸਟੈਬਲਿਸ਼ ਹੁੰਦੇ ਆ। ਠੀਕ ਆ। ਇਸ ਤੋਂ ਬਾਅਦ ਹੀ ਸਾਡੀ ਅਸਲੀ ਮਾਡਰਨ ਹਿਸਟਰੀ ਦੀ ਸ਼ੁਰੂਆਤ ਹੁੰਦੀ ਆ। ਸੋ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਅਗਲੀ ਕਲਾਸ ਦੇ ਵਿੱਚ ਮਿਲਦੇ ਆ ਪੰਜਾਬੀ ਦੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।